ਕੇਂਦਰ ਸਰਕਾਰ ਦੇ ਵੱਲੋਂ ਤੇਲ ਦੇ ਭਾਅ ਘਟਾਉਣ ਤੋਂ ਬਾਅਦ ਲੋਕਾਂ ਨੂੰ ਸੱਚਮੁੱਚ ਸੁੱਖ ਦਾ ਸਾਹ ਆਇਆ ਹੈ ਜਾਂ ਅੰਦਰਲੀ ਕਹਾਣੀ ਕੁਝ ਹੋ ਰਹੀ ਹੈ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰਾਈਮ ਟਾਈਮ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ ਪ੍ਰਾਈਮ ਟਾਈਮ ਦੇ ਵਿੱਚ ਆਪਾਂ ਜਾਣਾਂਗੇ ਕਿ ਭਾਰਤ ਸਰਕਾਰ ਦੇ ਵੱਲੋਂ ਜੋ ਸ਼ਨੀਚਰਵਾਰ ਸ਼ਾਮ ਨੂੰ ਵੱਡਾ ਐਲਾਨ ਕੀਤਾ ਗਿਆ ਕਿ ਭਾਰਤ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਸਸਤੇ ਹੋ ਗਏ ਨੇ। ਸਸਤੇ ਹੋਏ ਨੇ ਪਹਿਲੀ ਨਜ਼ਰੇ ਦੇਖਿਆ ਕੇਂਦਰ ਸਰਕਾਰ ਦੇ ਵੱਲੋਂ ਲੰਮੀ ਉਡੀਕ ਕਰਨ ਤੋਂ ਬਾਅਦ ਤੇਲ ਦੀਆਂ ਕੀਮਤਾਂ ਘੱਟ ਕਰਨ ਦਾ ਜਦੋਂ ਐਲਾਨ ਕੀਤਾ ਗਿਆ ਤਾਂ ਲੋਕਾਂ ਨੂੰ ਸੁੱਖ ਦਾ ਸਾਹ ਜ਼ਰੂਰ ਆਇਆ ਹੈ। ਜਦੋਂ ਆਪਾਂ ਸਿੱਧੀ ਨਜ਼ਰ ਨਾਲ ਦੇਖਦੇ ਹਾਂ ਤਾਂ ਇਹ ਰਕਮ ਬਹੁਤ ਵੱਡੀ ਲੱਗਦੀ ਹੈ, ਕੋਈ ਛੋਟੀ ਰਕਮ ਨਹੀਂ ਹੈਗੀ ਕਿ ਪੈਟਰੋਲ ਦੇ ਭਾਅ ਦੇ ਵਿੱਚ ਪ੍ਰਤੀ ਲੀਟਰ 9 ਰੁਪਏ 50 ਪੈਸੇ ਅਤੇ ਡੀਜ਼ਲ ਦਾ ਭਾਅ 7 ਰੁਪਏ ਘੱਟ ਹੋ ਗਿਆ। ਕਿਹਨੂੰ ਨਹੀਂ ਚੰਗਾ ਲੱਗਦਾ ਸਸਤਾ ਪੈਟਰੋਲ ਤੇ ਡੀਜ਼ਲ ਖਰੀਦਣਾ, ਪਰ ਕੀ ਅਸਲ ਦੇ ਵਿੱਚ ਸਸਤਾ ਹੋ ਗਿਆ? ਕੀ ਅਸਲ ਦੇ ਵਿੱਚ ਮਹਿੰਗਾਈ ਘੱਟ ਹੋ ਗਈ ਹੈ? ਇਹਦੇ ਨਾਲ ਕੀ ਸਰਕਾਰ ਹੋਰ ਐਕਸਾਈਜ਼ ਡਿਊਟੀ ਘੱਟ ਕਰ ਸਕਦੀ ਸੀ? ਸਰਕਾਰ ਕਿੰਨੀ ਐਕਸਾਈਜ਼ ਡਿਊਟੀ ਲਾਉਂਦੀ ਹੈ? ਇਹ ਬਹੁਤ ਸਾਰੀਆਂ ਅੰਦਰ ਦੀਆਂ ਪਰਤਾਂ ਨੇ ਜਿਨ੍ਹਾਂ ਨੂੰ ਜਾਣਨ ਦੀ ਲੋੜ ਹੈ। ਤੇ ਮਹਿੰਗਾਈ ਦੀ ਮਾਰ ਹੇਠ ਜਨਤਾ ਪਹਿਲਾਂ ਦੀ ਤਰ੍ਹਾਂ ਪਿਸ ਰਹੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਸਰਕਾਰ ਨੇ ਘਰੇਲੂ ਗੈਸ ਤੇ ਵੀ ਲੋੜਵੰਦ ਵਰਗਾਂ ਨੂੰ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸ ਵਕਤ ਮਹਿੰਗਾਈ ਸਿਖਰਾਂ ਤੇ ਪਹੁੰਚੀ ਹੋਈ ਹੈ ਤੇ ਅੰਕੜੇ ਦੱਸਦੇ ਨੇ ਕਿ ਮਹਿੰਗਾਈ 2014 ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਹੈ। ਰੁਪਈਆ ਲਗਾਤਾਰ ਲੁੜਕ ਰਿਹਾ ਹੈ, ਡਾਲਰ ਉੱਤੇ ਵੱਲ ਨੂੰ ਜਾ ਰਿਹਾ ਹੈ। ਰੁਪਈਏ ਦੇ ਲੁੜਕਣ ਦੇ ਵਿੱਚ ਵੀ ਰਿਕਾਰਡ ਘਾਟਾ ਦਰਜ ਕੀਤਾ ਗਿਆ ਹੈ, ਜਿਹੜਾ ਕਿ ਲੋਕਾਂ ਦਾ ਲੱਕ ਤੋੜਨ ਦੀ ਵਜ੍ਹਾ ਬਣਨ ਲੱਗਿਆ। ਤੇ ਜਿਹੇ ਹਾਲਾਤਾਂ ਦੇ ਦਰਮਿਆਨ ਜਦੋਂ ਕੇਂਦਰ ਸਰਕਾਰ ਐਲਾਨ ਕਰਦੀ ਹੈ ਕਿ ਪੈਟਰੋਲ ਅਤੇ ਡੀਜ਼ਲ ਤੇ ਵੈਟ ਘਟਾਇਆ ਜਾਂਦਾ ਹੈ, ਐਕਸਾਈਜ਼ ਡਿਊਟੀ ਘੱਟ ਕਰਨ ਦਾ ਐਲਾਨ ਅਸੀਂ ਕਰਦੇ ਹਾਂ ਅਤੇ ਸਬਸਿਡੀ ਵਾਲਾ ਸਿਲੰਡਰ 200 ਰੁਪਏ ਹੋਰ ਸਸਤਾ ਮਿਲੂਗਾ, ਤਾਂ ਜ਼ਾਹਿਰ ਤੌਰ ਤੇ ਲੋਕਾਂ ਨੂੰ ਲੱਗਦਾ ਹੈ ਕਿ ਬੜਾ ਵੱਡਾ ਐਲਾਨ ਹੋ ਗਿਆ, ਸਰਕਾਰ ਨੇ ਬੜਾ ਵੱਡਾ ਕੰਮ ਕਰ ਦਿੱਤਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦੱਸਿਆ ਕਿ ਸਰਕਾਰ ਨੇ ਪੈਟਰੋਲ ਤੇ ਐਕਸਾਈਜ਼ ਡਿਊਟੀ 8 ਰੁਪਏ ਤੇ ਡੀਜ਼ਲ ਤੇ 6 ਰੁਪਏ ਘੱਟ ਕਰ ਦਿੱਤੀ ਹੈ, ਜਿਸ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੇ ਨਵੇਂ ਭਾਅ ਨੇ ਜਿਹੜੇ ਹੁਣ ਤੁਹਾਨੂੰ ਮਿਲ ਰਹੇ ਨੇ ਉਹ ਹੋ ਚੁੱਕੇ ਨੇ। ਸਰਕਾਰ ਦੇ ਇਸ ਫੈਸਲੇ ਨਾਲ ਸਰਕਾਰੀ ਖਜ਼ਾਨੇ ਤੇ 1 ਲੱਖ ਕਰੋੜ ਦਾ ਸਾਲਾਨਾ ਬੋਝ ਪਵੇਗਾ। ਪ੍ਰਧਾਨ ਮੰਤਰੀ ਉਜਵਲ ਯੋਜਨਾ ਦੇ ਤਹਿਤ ਰਸੋਈ ਗੈਸ ਸਿਲੰਡਰ ਤੇ 200 ਰੁਪਏ ਦੀ ਸਬਸਿਡੀ ਦਿੱਤੀ ਜਾਏਗੀ, ਯਾਨੀ ਕਿ ਜਿਨ੍ਹਾਂ ਨੂੰ ਇਸ ਯੋਜਨਾ ਦੇ ਤਹਿਤ ਸਿਲੰਡਰ ਮਿਲਦੇ ਨੇ, ਜਿਹੜੇ ਲਾਭਪਾਤਰੀ ਨੇ, ਉਹਨਾਂ ਨੂੰ ਹੀ ਸਿਰਫ 200 ਰੁਪਏ ਸਸਤਾ ਮਿਲੂਗਾ। ਇਸ ਸਕੀਮ ਦੇ ਤਹਿਤ ਹਰੇਕ ਪਰਿਵਾਰ ਨੂੰ ਹਰ ਸਾਲ 12 ਸਿਲੰਡਰ ਮਿਲਿਆ ਕਰਨਗੇ। ਇਸ ਦਾ ਲਾਭ 9 ਕਰੋੜ ਪਰਿਵਾਰਾਂ ਨੂੰ ਹੋਏਗਾ, ਯਾਨੀ ਕਿ 1 ਮਹੀਨੇ ਦੇ ਵਿੱਚ 1 ਸਿਲੰਡਰ। ਸਰਕਾਰ ਤੇ ਇਹਦੇ ਨਾਲ 6800 ਕਰੋੜ ਰੁਪਏ ਦਾ ਵਿੱਤੀ ਬੋਝ ਪਵੇਗਾ। ਕੇਂਦਰ ਨੇ ਸੂਬਾ ਸਰਕਾਰਾਂ ਨੂੰ ਵੀ ਤੇਲ ਉੱਤੇ ਵੈਟ ਦੇ ਵਿੱਚ ਕਟੌਤੀ ਕਰਨ ਦੀ ਸਲਾਹ ਦਿੱਤੀ ਹੈ ਤਾਂ ਜੋ ਲੋਕਾਂ ਨੂੰ ਹੋਰ ਰਾਹਤ ਮਿਲ ਸਕੇ। ਕੈਟ ਦਾ ਵੀ ਮੰਨਣਾ ਹੈ ਕਿ ਸੂਬਾ ਸਰਕਾਰਾਂ ਵੱਲੋਂ ਵੈਟ ਘੱਟ ਕਰਨ ਨਾਲ ਲੋਕਾਂ ਨੂੰ 10% ਤੱਕ ਹੋਰ ਰਾਹਤ ਮਿਲ ਸਕਦੀ ਹੈ। ਕੇਰਲਾ ਤੇ ਮਹਾਰਾਸ਼ਟਰ ਸਰਕਾਰਾਂ ਨੇ ਪਹਿਲ ਕਰਦਿਆਂ ਪੈਟਰੋਲ ਤੇ 2 ਰੁਪਏ 82 ਪੈਸੇ, ਡੀਜ਼ਲ ਤੇ 1 ਰੁਪਏ 44 ਪੈਸੇ ਘੱਟ ਕਰ ਦਿੱਤੇ ਨੇ ਤੇ ਹੋਰ ਵੀ ਕੁਝ ਸੂਬਿਆਂ ਨੇ ਵੈਟ ਘਟਾਉਣ ਦਾ ਐਲਾਨ ਕੀਤਾ ਹੈ, ਪਰ ਪੰਜਾਬ ਸਰਕਾਰ ਨੇ ਹਾਲੇ ਇਸ ਦਾ ਕੋਈ ਐਲਾਨ ਨਹੀਂ ਕੀਤਾ। ਬਲਕਿ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨਾਂ ਨੇ ਮਹਿੰਗਾਈ ਦੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ, ਮਹਿੰਗਾਈ ਘੱਟ ਕਰਨ ਦੀ ਅਪੀਲ ਕੀਤੀ ਹੈ। ਕੇਂਦਰ ਸਰਕਾਰ ਨੂੰ ਕਾਫੀ ਘੇਰਿਆ ਹੈ ਮਹਿੰਗਾਈ ਦੇ ਮੁੱਦੇ ਤੇ। ਪਿਛਲੇ ਸਮੇਂ ਦੇ ਨਾਲ ਕੰਪੇਅਰ ਕੀਤਾ ਹੈ ਕਿ ਕਿਸੇ ਵੇਲੇ ਜਿਹੜੀ ਮਹਿੰਗਾਈ ਦੀ ਦਰ ਕਿੰਨੀ ਹੁੰਦੀ ਸੀ ਤੇ ਅੱਜ ਸਭ ਤੋਂ ਉੱਚੇ ਪੱਧਰ ਦੇ ਉੱਤੇ ਪਹੁੰਚੀ ਹੋਈ ਹੈ। ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਸੰਕੇਤ ਤਾਂ ਇਹ ਮਿਲਦਾ ਹੈ ਕਿ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਸ਼ਾਇਦ ਐਕਸਾਈਜ਼ ਡਿਊਟੀ ਨਹੀਂ ਘਟਾਈ ਜਾਏਗੀ, ਕਿਉਂਕਿ ਜਿਹੜਾ ਪੈਟਰੋਲ ਤੇ ਡੀਜ਼ਲ ਦਾ ਭਾਅ ਸਾਨੂੰ ਮਿਲਦਾ ਹੈ, ਜਿੰਨੇ ਰੁਪਏ ਲੀਟਰ ਅਸੀਂ ਭਰਵਾਉਂਦੇ ਹਾਂ, ਉਹਦੇ ਵਿੱਚ ਕੱਚੇ ਤੇਲ ਦਾ ਭਾਅ ਹੈ ਜਿਹੜਾ ਉਹ ਬਹੁਤ ਹੀ ਨਿਗੂਣਾ ਜਿਹਾ ਹੁੰਦਾ ਹੈ। ਵੱਧ ਨੇ ਜਿਹੜੇ ਉਹ ਟੈਕਸ ਹੁੰਦੇ ਨੇ। ਪਹਿਲਾਂ ਕੇਂਦਰ ਸਰਕਾਰ ਦਾ ਟੈਕਸ ਵਿੱਚ ਜੁੜ ਜਾਂਦਾ ਹੈ, ਉਸ ਤੋਂ ਬਾਅਦ ਸੂਬਾ ਸਰਕਾਰਾਂ ਦਾ ਟੈਕਸ ਜੁੜ ਜਾਂਦਾ ਹੈ ਤੇ ਫਿਰ ਐਡੀ ਵੱਡੀ ਕੀਮਤ ਹੈ ਜਿਹੜੀ ਉਹ ਸਾਨੂੰ ਤਾਰਨੀ ਪੈਂਦੀ ਹੈ। ਤੇ ਸੂਬਾ ਸਰਕਾਰਾਂ ਤੇ ਸੈਂਟਰ ਦੀਆਂ ਸਰਕਾਰਾਂ ਦੇ ਹੱਥ ਵਿੱਚ ਹੁੰਦਾ ਹੈ ਕਿ ਉਹ ਐਕਸਾਈਜ਼ ਡਿਊਟੀ ਕਿੰਨੀ ਘਟਾਉਂਦੀਆਂ ਨੇ। ਪਰ ਇੱਥੇ ਸਰਕਾਰਾਂ ਦਾ ਇਹ ਹਾਲ ਹੈ ਕਿ ਟੈਕਸ ਲਾ ਕੇ ਪੈਟਰੋਲ ਅਤੇ ਡੀਜ਼ਲ ਦੇ ਉੱਤੇ ਇੰਨਾ ਕੁ ਜ਼ਿਆਦਾ ਟੈਕਸ ਲਾਇਆ ਜਾਂਦਾ ਹੈ ਕਿ ਇਸ ਟੈਕਸ ਦੇ ਰਾਹੀਂ ਹੀ ਸਰਕਾਰਾਂ ਆਪਣੇ ਖਜ਼ਾਨੇ ਭਰਦੀਆਂ ਨੇ। ਲੋਕਾਂ ਦੀ ਜੇਬ ਵੱਡ ਕੇ ਖਜ਼ਾਨੇ ਭਰੇ ਜਾਂਦੇ ਨੇ, ਪਰ ਉਹਨਾਂ ਦੇ ਨਾਲ ਲੋਕਾਂ ਨੂੰ ਸਹੂਲਤਾਂ ਦੇਣ ਦੀ ਥਾਂ ਆਪਣੇ ਘਰ ਹੀ ਭਰੇ ਜਾਂਦੇ ਨੇ। ਤੇ ਹੁਣ ਅਸੀਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਜਾਂਦੇ ਹਾਂ ਕਿ ਕੀ ਸਰਕਾਰ ਨੇ ਅਸਲ ਦੇ ਵਿੱਚ ਤੁਹਾਨੂੰ ਰਾਹਤ ਦਿੱਤੀ ਹੈ ਜਾਂ ਫਿਰ ਇਸ ਰਾਹਤ ਨੂੰ ਦੇਣ ਤੋਂ ਪਹਿਲਾਂ ਤੁਹਾਡੇ ਸਿਰ ਜਿਹੜੀ ਵੱਡੀ ਗਾਜ ਸੁੱਟੀ ਗਈ, ਜਿੰਨਾ ਭਾਅ ਵਧਾਇਆ ਗਿਆ ਉਹਦੇ ਮੁਕਾਬਲੇ ਜਿੰਨਾ ਘਟਾਇਆ
ਗਿਆ ਕਿ ਸੱਚਮੁੱਚ ਰੇਟ ਸਸਤੇ ਹੋ ਗਏ ਨੇ ਜਾਂ ਫਿਰ ਤੁਸੀਂ ਤਾਂ ਹਾਲੇ ਵੀ ਮਹਿੰਗੇ ਰੇਟ ਹੀ ਦੇ ਰਹੇ ਹੋ। ਰੇਟ ਘਟਾਉਣ ਦੇ ਬਾਵਜੂਦ ਵੀ ਤੁਸੀਂ ਮਹਿੰਗੇ ਭਾਅ ਤੇ ਪੈਟਰੋਲ ਤੇ ਡੀਜ਼ਲ ਖਰੀਦ ਰਹੇ ਹੋ, ਇਹ ਅੰਕੜੇ ਦੱਸਦੇ ਨੇ। ਅਸਲ ਦੇ ਵਿੱਚ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਵੇਲੇ ਪੈਟਰੋਲ ਦਾ ਭਾਅ 95 ਰੁਪਏ 4 ਪੈਸੇ ਹੁੰਦਾ ਸੀ। ਉਸ ਤੋਂ ਬਾਅਦ ਲਗਾਤਾਰ ਭਾਅ ਵਧਾਇਆ ਗਿਆ। ਉਦੋਂ ਪਤਾ ਨਹੀਂ ਇੰਨੇ ਦਿਨ ਲਗਾਤਾਰ ਸਰਕਾਰ ਨੇ ਤੇ ਤੇਲ ਕੰਪਨੀਆਂ ਨੇ ਕਿਵੇਂ ਸਬਰ ਕਰਕੇ ਰੱਖਿਆ। ਸਰਕਾਰ ਨੇ ਤੇਲ ਕੰਪਨੀਆਂ ਦੇ ਵੀ ਗੱਲ 'ਚ ਗੂਠਾ ਦਿੱਤਾ ਹੋਣਾ ਕਿ ਤੁਸੀਂ ਭਾਅ ਵਧਾਉਣ ਦਾ ਐਲਾਨ ਨਹੀਂ ਕਰਨਾ, ਚਾਹੇ ਜੋ ਮਰਜ਼ੀ ਹੋ ਜਾਏ, ਕਿਉਂਕਿ ਅਸੀਂ ਲੋਕਾਂ ਤੋਂ ਵੋਟਾਂ ਲੈਣੀਆਂ ਨੇ। ਵੋਟਾਂ ਲੈ ਲਈਆਂ, ਸਰਕਾਰਾਂ ਬਣ ਗਈਆਂ ਤੇ 2-3 ਦਿਨਾਂ ਬਾਅਦ ਫਿਰ ਉਹੀ ਸਿਲਸਿਲਾ ਸ਼ੁਰੂ ਹੋ ਗਿਆ ਜਦੋਂ ਲਗਾਤਾਰ ਪੈਟਰੋਲ ਤੇ ਡੀਜ਼ਲ ਦੇ ਭਾਅ ਵਧਦੇ ਗਏ। ਅਤੇ ਨਤੀਜੇ ਕਦੋਂ ਆਏ ਨੇ ਤੁਹਾਨੂੰ ਪਤਾ ਹੈ ਕਿ ਮਾਰਚ ਦੇ ਵਿੱਚ ਨਤੀਜੇ ਆਏ ਨੇ। ਮਾਰਚ ਤੋਂ ਬਾਅਦ ਅਪ੍ਰੈਲ ਲੰਘਿਆ, ਮਈ ਆ ਗਿਆ। 95 ਰੁਪਏ 40 ਪੈਸੇ ਤੋਂ ਹੁਣ 105 ਰੁਪਏ 4 ਪੈਸੇ ਪ੍ਰਤੀ ਲੀਟਰ ਤੱਕ ਇਹ ਕੀਮਤਾਂ ਪਹੁੰਚ ਗਈਆਂ ਸੀ। ਯਾਨੀ ਕਿ 2 ਮਹੀਨਿਆਂ ਦੇ ਵਿੱਚ ਸਿੱਧਾ 10 ਰੁਪਏ ਤੋਂ ਵੱਧ ਵਾਧਾ ਜਿਹੜਾ ਹੈਗਾ ਉਹ ਤੇਲ ਕੀਮਤਾਂ ਦੇ ਵਿੱਚ। ਤੇ ਜੋ ਸਰਕਾਰ ਨੇ ਹੁਣ ਰੇਟ ਘਟਾਏ ਨੇ ਉਹਦਾ ਮਤਲਬ ਤਾਂ ਇਹ ਹੋਇਆ ਕਿ ਮੌਜੂਦਾ ਜਿਹੜਾ ਸਰਕਾਰ ਨੇ ਫੈਸਲਾ ਲਿਆ ਹੈ ਉਸ ਫੈਸਲੇ ਨੇ ਤੇਲ ਦਾ ਭਾਅ ਮਾਰਚ ਦੇ ਬਰਾਬਰ ਲਿਆ ਕੇ ਖੜਾ ਕਰ ਦਿੱਤਾ, ਕਿਉਂਕਿ ਹੁਣ ਜਦੋਂ 9.5 ਰੁਪਏ ਪੈਟਰੋਲ ਘਟਾਇਆ ਗਿਆ ਹੈ ਤਾਂ ਉਹ ਜ਼ਾਹਿਰ ਤੌਰ ਤੇ 96 ਰੁਪਏ ਪ੍ਰਤੀ ਲੀਟਰ ਰਹਿ ਗਿਆ, ਕਿਤੇ 95 ਵੀ ਹੋ ਗਿਆ, ਤਾਂ ਉਹਨਾਂ ਹੋ ਗਿਆ ਹੁਣ ਜਿੰਨਾ ਵਿਧਾਨ ਸਭਾ ਚੋਣਾਂ ਦਾ ਨਤੀਜਾ ਆਉਣ ਵੇਲੇ ਸੀ। ਪਰ ਸਾਡੀ ਸਮੱਸਿਆ ਇਹ ਹੈ ਕਿ ਅਸੀਂ ਭੁੱਲ ਜਾਂਦੇ ਹਾਂ, ਅਸੀਂ ਬੜੀ ਛੇਤੀ ਸਰਕਾਰ ਦੀਆਂ ਨੀਤੀਆਂ ਦੀ ਪ੍ਰਸ਼ੰਸਾ ਕਰਨ ਲੱਗ ਜਾਂਦੇ ਹਾਂ ਕਿ ਬਹੁਤ ਹੀ ਚੰਗਾ ਹੋਇਆ, ਪਰ ਅਸਲ ਦੇ ਵਿੱਚ ਅਸੀਂ ਬੁੱਧੂ ਬਣ ਜਾਂਦੇ ਹਾਂ। ਹੁਣ ਤੁਹਾਨੂੰ ਪੈਟਰੋਲ ਨੀਤੀ ਦੇ ਬਾਰੇ ਵੀ ਦੱਸ ਦਿੰਦੇ ਹਾਂ। ਪੈਟਰੋਲ ਨੀਤੀ ਦੇ ਮੁਤਾਬਿਕ ਤੇਲ ਕੰਪਨੀਆਂ ਨੂੰ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਅਤੇ ਡਾਲਰ ਦੇ ਮੁਕਾਬਲੇ ਰੁਪਈਏ ਦੇ ਮੁੱਲ ਦੇ ਆਧਾਰ ਤੇ ਰੋਜ਼ਾਨਾ ਤੇਲ ਕੀਮਤਾਂ ਦੇ ਵਿੱਚ ਫੇਰਬਦਲ ਕਰਨ ਦਾ ਹੱਕ ਹੁੰਦਾ ਹੈ। ਤੇਲ ਦੇ ਭਾਅ ਨੂੰ ਤੈਅ ਕਰਨ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਲਾਈ ਜਾਂਦੀ ਆਬਕਾਰ ਡਿਊਟੀ, ਇਸ ਤੇ ਲਾਇਆ ਜਾਂਦਾ ਸਰਚਾਰਜ ਅਤੇ ਸੂਬਾ ਸਰਕਾਰਾਂ ਦਾ ਵੈਟ ਵੱਡਾ ਰੋਲ ਅਦਾ ਕਰਦਾ ਹੈ। ਤੇ ਹੁਣ ਅਸੀਂ ਤੁਹਾਨੂੰ ਥੋੜਾ ਜਿਹਾ ਹੋਰ ਪਿੱਛੇ ਲੈ ਜਾਂਦੇ ਹਾਂ, ਯਾਨੀ ਕਿ 2020 ਦੇ ਵਿੱਚ ਜੇ ਲੈ ਜਾਈਏ ਤਾਂ ਭਾਰਤ ਵਿੱਚ ਪੈਟਰੋਲ ਦਾ ਭਾਅ ਉਦੋਂ 69 ਰੁਪਏ 50 ਪੈਸੇ ਪ੍ਰਤੀ ਲੀਟਰ ਹੁੰਦਾ ਸੀ। ਮਾਰਚ 2020 ਦੇ ਵਿੱਚ ਇਹ 95 ਰੁਪਏ 40 ਪੈਸੇ ਪ੍ਰਤੀ ਲੀਟਰ ਨੂੰ ਜਾ ਪਹੁੰਚਿਆ ਹੈ। ਯਾਨੀ ਕਿ 1 ਸਾਲ ਤੋਂ ਵੀ ਘੱਟ ਸਮੇਂ ਦੇ ਵਿੱਚ ਤੁਸੀਂ ਦੇਖ ਲਓ ਕਿ 70 ਤੋਂ ਬਾਅਦ 95 ਹੋ ਗਿਆ, 25 ਰੁਪਏ ਭਾਅ ਵਧਾ ਦਿੱਤਾ ਗਿਆ। ਤੇ ਇਸ ਦੀ ਮੁੱਖ ਵਜ੍ਹਾ ਕੇਂਦਰ ਸਰਕਾਰ ਦੇ ਵੱਲੋਂ ਇੱਕੋ ਝਟਕੇ ਵਿੱਚ ਪੈਟਰੋਲ ਉੱਤੇ 10 ਤੇ ਡੀਜ਼ਲ ਉੱਤੇ 13 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਆਬਕਾਰੀ ਡਿਊਟੀ ਵਧਾਉਣਾ ਸੀ, ਯਾਨੀ ਕਿ ਐਕਸਾਈਜ਼ ਡਿਊਟੀ ਵਧਾਉਣਾ ਸੀ। ਯਾਨੀ ਕਿ ਸਰਕਾਰ ਨੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਲਿਆ, ਤੁਹਾਡੀ ਜੇਬ ਦੇ ਉੱਤੇ ਭਾਰ ਸੁੱਟ ਦਿੱਤਾ। ਮਹਿੰਗਾਈ ਵਧਣ ਦੇ ਵਿੱਚ ਤੇਲ ਕੀਮਤਾਂ, ਰੁਪਈਏ ਦਾ ਮੁੱਲ ਤੇ ਕੱਚੇ ਮਾਲ ਸਮੇਤ ਹੋਰ ਹਾਲਾਤਾਂ ਦੀ ਮੁੱਖ ਭੂਮਿਕਾ ਹੁੰਦੀ ਹੈ। ਇਹਨਾਂ ਹਾਲਾਤਾਂ ਦੇ ਚੱਲਦਿਆਂ ਭਾਰਤ ਵਿੱਚ ਥੋਕ ਮਹਿੰਗਾਈ ਦਾ ਅੰਕੜਾ 15% ਨੂੰ ਪਹੁੰਚ ਚੁੱਕਿਆ ਹੈ। ਇੱਥੇ ਹੁਣ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਉਸ ਦਾਅਵੇ ਦਾ ਜ਼ਿਕਰ ਵੀ ਜ਼ਰੂਰ ਕਰ ਲਈਏ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਆਰਥਿਕ ਸੰਕਟ ਦੇ ਬਾਵਜੂਦ ਦੇਸ਼ ਨੂੰ ਲੀਹ ਤੋਂ ਨਹੀਂ ਉਤਰਨ ਦਿੱਤਾ। ਤੇ ਉਹ ਤਾਂ ਇਹ ਵੀ ਕਹਿੰਦੇ ਨੇ ਕਿ ਮੋਦੀ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਦੇਸ਼ ਦੇ ਵਿਕਾਸ ਤੇ ਕਈ ਗੁਣਾ ਵੱਧ ਪੈਸਾ ਖਰਚਿਆ। ਵਿੱਤ ਮੰਤਰੀ ਨੇ ਭਾਰਤੀ ਰਿਜ਼ਰਵ ਬੈਂਕ ਦੇ ਹਵਾਲੇ ਨਾਲ ਕਿਹਾ ਕਿ ਐਨਡੀਏ ਦੀ ਸਰਕਾਰ ਨੇ 2014 ਤੋਂ 22 ਤੱਕ ਵਿਕਾਸ ਉੱਤੇ 909 ਲੱਖ ਕਰੋੜ ਰੁਪਏ ਖਰਚ ਕੀਤੇ ਨੇ, ਜਦਕਿ ਯੂਪੀਏ ਦੀ ਸਰਕਾਰ ਨੇ 2004 ਤੋਂ ਲੈ ਕੇ 2014 ਤੱਕ ਸਿਰਫ 492 ਲੱਖ ਕਰੋੜ ਰੁਪਏ ਖਰਚ ਕੀਤੇ ਸੀ। ਐਨਡੀਏ ਦੀ ਸਰਕਾਰ ਨੇ ਭੋਜਨ ਅਤੇ ਤੇਲ ਸਮੇਤ ਦੂਸਰੀਆਂ ਸਬਸਿਡੀਆਂ ਦੇ ਉੱਤੇ 24 ਕਰੋੜ 85 ਲੱਖ ਰੁਪਏ ਖਰਚ ਕੀਤੇ, ਜਦਕਿ ਯੂਪੀਏ ਦੀ ਸਰਕਾਰ ਨੇ 10 ਸਾਲਾਂ ਦੇ ਵਿੱਚ ਸਿਰਫ 13 ਕਰੋੜ 90 ਲੱਖ ਰੁਪਏ ਖਰਚ ਕੀਤੇ। ਸਰਕਾਰੀ ਸੂਤਰ ਦੱਸਦੇ ਨੇ ਕਿ ਅਗਲੇ ਵਿੱਤੀ ਸਾਲ ਦੌਰਾਨ ਤੇਲ ਉੱਤੇ ਐਕਸਾਈਜ਼ ਡਿਊਟੀ ਤੇ ਹੋਰ ਛੋਟ ਦਿੱਤੀ ਜਾ ਸਕਦੀ ਹੈ। ਉਂਝ ਆਰਬੀਆਈ ਇਹ ਵੀ ਦਾਅਵਾ ਹੈ ਕਿ ਰੂਸ ਯੂਕਰੇਨ ਯੁੱਧ ਕਰਕੇ ਮਹਿੰਗਾਈ ਸਾਡੇ ਮੁਲਕ ਦੇ ਵਿੱਚ ਵਧੇਰੇ ਵਧੀ ਹੈ। ਇਸ ਤੇ ਕਾਬੂ ਪਾਉਣ ਲਈ 5 ਅਰਬ ਕਰੋੜ ਰੁਪਏ ਦੀ ਲੋੜ ਹੋਵੇਗੀ ਤੇ ਇੰਨੀ ਛੇਤੀ ਕਾਬੂ ਦੇ ਵਿੱਚ ਆਉਣ ਵਾਲੀ ਨਹੀਂ ਹੈ। ਤੇ ਭਾਰਤ ਦੀ ਆਰਥਿਕਤਾ ਦੀ ਜਿਹੜੀ ਡਾਵਾਂਡੋਲ ਹੋਈ ਪਟੜੀ ਹੈ ਉਹ ਵੀ ਇੰਨੀ ਛੇਤੀ ਲੀਹ ਤੇ ਆਉਣ ਵਾਲੀ ਨਹੀਂ ਹੈ। ਇਸ ਸਭ ਦੇ ਦਰਮਿਆਨ ਇਹ ਨੁਕਤਾ ਸਮਝਣਾ ਬੜਾ ਹੀ ਜ਼ਰੂਰੀ ਹੈ ਕਿ ਕਿਵੇਂ ਤੁਹਾਡੇ ਦਿਲੋਂ ਦਿਮਾਗ ਦੇ ਵਿੱਚ ਇਹ ਸਭ ਚੀਜ਼ਾਂ ਭਰੀਆਂ ਜਾਂਦੀਆਂ ਨੇ ਕਿ ਸਰਕਾਰ ਤੁਹਾਡੇ ਲਈ ਬਹੁਤ ਚੰਗਾ ਕਰ ਰਹੀ ਹੈ। ਇਹ ਤੱਥ ਹੈ ਕਿ ਮਹਿੰਗਾਈ 30 ਸਾਲਾਂ ਦੇ ਸਭ ਤੋਂ ਉੱਚੇ ਪੱਧਰ ਤੇ ਹੈ। ਥੋਕ ਮੁੱਲ ਸੂਚਕ ਅੰਕ ਦੇ ਇਹ ਅੰਕੜੇ ਦੱਸਦੇ ਨੇ ਕਿ ਲੋਕ ਬਹੁਤ ਤੇਜ਼ੀ ਦੇ ਨਾਲ ਸਾਡੇ ਮੁਲਕ ਦੇ ਵਿੱਚ ਗਰੀਬ ਹੋ ਰਹੇ ਨੇ। ਮਹਿੰਗਾਈ ਸਾਰੇ ਲੋਕਾਂ ਨੂੰ ਪਰੇਸ਼ਾਨ ਕਰਨ ਲੱਗੀ ਹੈ,
ਪਰ ਮੀਡੀਆ ਇਸ ਸਭ ਦੇ ਦਰਮਿਆਨ ਤੁਹਾਡੇ ਦਿਮਾਗ ਦੇ ਵਿੱਚ ਬੜਾ ਕੁਝ ਭਰਨ ਦੇ ਲਈ ਬੜਾ ਵੱਡਾ ਰੋਲ ਅਦਾ ਕਰਦਾ ਹੈ। ਕਿਸ ਤਰੀਕੇ ਦੇ ਨਾਲ ਖਬਰਾਂ ਨੇ ਜਿਹੜੀਆਂ ਤੁਹਾਨੂੰ ਦਿਖਾਈਆਂ ਜਾਂਦੀਆਂ ਨੇ। ਹੁਣੇ ਤੁਸੀਂ ਦੇਖ ਲਓ ਕਿ ਜਦੋਂ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਨਿਰਮਲਾ ਸੀਤਾਰਮਨ ਵਿੱਤ ਮੰਤਰੀ ਦੇ ਰਾਹੀਂ ਐਲਾਨ ਕੀਤਾ ਕਿ ਪੈਟਰੋਲ ਤੇ ਡੀਜ਼ਲ ਸਸਤਾ ਹੋ ਗਿਆ, ਤਾਂ ਭਾਰਤ ਦੇ ਹਰ ਨੈਸ਼ਨਲ ਟੀਵੀ ਨੇ ਇਸ ਖਬਰ ਨੂੰ ਬਹੁਤ ਹੀ ਵੱਡੀ ਖਬਰ ਦੇ ਵਾਂਗੂ ਦਿਖਾਇਆ ਅਤੇ ਬਹੁਤ ਹੀ ਪੋਜ਼ਿਟਿਵ ਤਰੀਕੇ ਦੇ ਨਾਲ ਦਿਖਾਇਆ। ਇਸ ਦੇ ਪਿੱਛੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਅਸੀਂ ਲੋਕ ਉਹੀ ਦੇਖਦੇ ਹਾਂ ਜੋ ਸਾਨੂੰ ਦਿਖਾਇਆ ਜਾਂਦਾ ਹੈ, ਜੋ ਸਾਡੇ ਸਾਹਮਣੇ ਪਰੋਸਿਆ ਜਾਂਦਾ ਹੈ ਅਤੇ ਪੱਤਰਕਾਰ ਦੇ ਉੱਤੇ ਲੋਕ ਬੜਾ ਭਰੋਸਾ ਕਰਦੇ ਨੇ। ਹੁਣ ਭਾਵੇਂ ਭਰੋਸਾ ਬਹੁਤ ਉੱਠ ਗਿਆ ਹੈ, ਪਰ ਫਿਰ ਵੀ ਪੱਤਰਕਾਰ ਇੱਕ ਅਜਿਹਾ ਲਫ਼ਜ਼ ਹੈ ਜਿਸ ਦੇ ਕਹੇ ਦੇ ਉੱਤੇ ਲੋਕ ਭਰੋਸਾ ਕਰਦੇ ਨੇ। ਇਹ ਤੁਹਾਡੀ ਇਮਾਨਦਾਰੀ ਹੁੰਦੀ ਹੈ ਕਿ ਤੁਸੀਂ ਖਬਰ ਸਹੀ ਦਿਓ ਜਾਂ ਫਿਰ ਤੁਸੀਂ ਖਬਰ ਨੂੰ ਤੋੜ ਮਰੋੜ ਕੇ ਪੇਸ਼ ਕਰੋ, ਸਰਕਾਰ ਦੇ ਹੱਕ ਵਿੱਚ ਪੇਸ਼ ਕਰੋ, ਲੋਕਾਂ ਦੇ ਹੱਕ ਵਿੱਚ ਪੇਸ਼ ਕਰੋ। ਇਹ ਤੁਹਾਡੇ ਸ਼ਬਦਾਂ ਦੀ ਜਾਦੂਗਰੀ ਦੇ ਉੱਤੇ ਨਿਰਭਰ ਕਰਦਾ ਹੈ। ਪਰ ਕਈ ਲੋਕ ਨੇ ਜੋ ਸੱਚ ਜਾਣਦੇ ਨੇ, ਜੋ ਅੰਕੜਿਆਂ ਦੀ ਤਹਿ ਤੱਕ ਜਾਂਦੇ ਨੇ, ਤੇ ਜਿਹੜੇ ਸਰਕਾਰਾਂ ਦੇ ਵਿੱਚ ਰਹੇ ਹੁੰਦੇ ਨੇ ਉਹਨਾਂ ਨੂੰ ਤਾਂ ਸਾਰਾ ਪਤਾ ਹੀ ਹੁੰਦਾ। ਸਭ ਤੋਂ ਵੱਧ ਚਾਨਣ ਤਾਂ ਪਾਰਟੀਆਂ ਨੂੰ ਹੀ ਹੁੰਦਾ ਹੈ ਆਪਸ ਦੇ ਵਿੱਚ ਕਿ ਅਸੀਂ ਕੀ ਕਰਦੇ ਰਹੇ ਹਾਂ ਤੇ ਹੁਣ ਦੂਸਰੀ ਪਾਰਟੀ ਕੀ ਕਰ ਰਹੀ ਹੈ। ਬੀਜੇਪੀ ਸਰਕਾਰ ਤੋਂ ਪਹਿਲਾਂ ਭਾਰਤ ਦੇ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਸੀ, ਯੂਪੀਏ ਗੱਠਜੋੜ ਦੀ ਸਰਕਾਰ ਸੀ ਅਤੇ ਕਾਂਗਰਸ ਦੇ ਲੀਡਰਾਂ ਨੇ ਸਰਕਾਰ ਦੇ ਇਸ ਐਲਾਨ ਦਾ ਤਿੱਖਾ ਵਿਰੋਧ ਕੀਤਾ ਹੈ। ਹਾਲਾਂਕਿ ਲੋਕਾਂ ਨੂੰ ਹੁਣ ਮਾਰਚ ਵਾਲਾ ਰੇਟ ਹੈ ਜਿਹੜਾ ਉਹ ਮਿਲਣਾ ਸ਼ੁਰੂ ਹੋ ਗਿਆ। ਉਹ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੋਈ ਸਹੂਲਤ ਨਹੀਂ ਮਿਲੀ। ਕਮ ਸੇ ਕਮ 2 ਮਹੀਨੇ ਜਿਹੜਾ ਲੋਕਾਂ ਨੂੰ ਬਹੁਤ ਮਹਿੰਗੇ ਭਾਅ ਦੇ ਉੱਤੇ ਤੇਲ ਖਰੀਦਣਾ ਪਿਆ ਹੈ, ਉਸ ਤੋਂ ਤਾਂ ਥੋੜਾ ਬਹੁਤ ਬਚਾਅ ਹੋ ਹੀ ਗਿਆ ਹੈ ਨਾ। ਪਰ ਅਸਲ ਦੇ ਵਿੱਚ ਕੀਮਤਾਂ ਨਹੀਂ ਘਟੀਆਂ। 2014 ਦੀ ਜੇ ਗੱਲ ਕਰ ਲਈਏ ਤੇ 2021 ਦੇ ਨਾਲ ਇਸ ਨੂੰ ਕੰਪੇਅਰ ਕਰ ਲਈਏ ਤਾਂ ਸਭ ਤੋਂ ਪਹਿਲਾਂ ਪੈਟਰੋਲ ਦੇ ਭਾਅ ਦੀ ਗੱਲ ਕਰ ਲਈਏ। ਪੈਟਰੋਲ 2014 ਦੇ ਵਿੱਚ 61 ਰੁਪਏ ਪ੍ਰਤੀ ਲੀਟਰ ਹੁੰਦਾ ਸੀ, 2021 ਦਸੰਬਰ ਤੱਕ ਇਹ 100 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਸੀ। ਡੀਜ਼ਲ 2014 ਦੇ ਵਿੱਚ 55 ਰੁਪਏ 49 ਪੈਸੇ ਪ੍ਰਤੀ ਲੀਟਰ ਹੁੰਦਾ ਸੀ, ਜਦਕਿ 2021 ਦੇ ਵਿੱਚ ਇਹ ਵੱਧ ਕੇ 87 ਰੁਪਏ 74 ਪੈਸੇ ਪ੍ਰਤੀ ਲੀਟਰ ਹੋ ਗਿਆ। ਯਾਨੀ ਕਿ 6-7 ਸਾਲਾਂ ਦੇ ਸਮੇਂ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੇ ਭਾਅ ਇੰਨੇ ਜ਼ਿਆਦਾ ਵੱਧ ਗਏ। ਪਰ ਦੁਨੀਆ ਦੇ ਵਿੱਚ ਅਜਿਹੇ ਮੁਲਕਾਂ ਦੀਆਂ ਵੀ ਉਦਾਹਰਨਾਂ ਨੇ ਜਿੱਥੇ ਕਈ ਸਾਲ ਪੈਟਰੋਲ ਤੇ ਡੀਜ਼ਲ ਦੇ ਭਾਅ ਵੱਧਦੇ ਹੀ ਨਹੀਂ, ਉੱਥੇ ਹੀ ਖੜੇ ਰਹਿੰਦੇ ਨੇ। ਲੋਕਾਂ ਦੀਆਂ ਜ਼ਰੂਰਤਾਂ ਦਾ ਉੱਥੇ ਪਹਿਲ ਦੇ ਆਧਾਰ ਤੇ ਧਿਆਨ ਰੱਖਿਆ ਜਾਂਦਾ ਹੈ। ਗੁਆਂਢੀ ਮੁਲਕ ਪਾਕਿਸਤਾਨ ਦੀ ਹੀ ਗੱਲ ਕਰ ਲਈਏ ਤਾਂ ਇੱਥੇ ਜਿਹੜਾ ਹੈਗਾ ਆਪਣੇ ਮੁਲਕ ਦੇ ਵਾਂਗੂ ਪੈਟਰੋਲ ਤੇ ਡੀਜ਼ਲ ਦੇ ਭਾਅ ਛਾਲਾਂ ਮਾਰ ਕੇ ਨਹੀਂ ਵਧਦੇ। ਸੋ ਇਹ ਸਾਰੀ ਹਕੀਕਤ ਹੈ। ਪਿਛਲੇ ਮਹੀਨੇ ਦੀ ਹੀ ਗੱਲ ਹੈ, ਪਿਛਲੇ ਮਹੀਨੇ ਦੀ 29 ਮਾਰਚ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਟਵੀਟ ਕੀਤਾ ਸੀ ਕਿ 7 ਦਿਨਾਂ ਦੇ ਵਿੱਚ 5 ਰੁਪਏ ਪੈਟਰੋਲ ਦੇ ਭਾਅ ਵੱਧ ਗਏ ਨੇ। ਚੋਣਾਂ ਤੁਸੀਂ ਕਦੋਂ ਵਾਪਸ ਆਉਣਗੀਆਂ, ਵੋਟਾਂ ਦੇ ਦਿਨ ਕਦੋਂ ਵਾਪਸ ਆਉਣਗੇ। ਇਸੇ ਤਰ੍ਹਾਂ ਲਗਾਤਾਰ ਜਿਹੜੇ ਦਿਨਾਂ ਦਾ ਆਪਾਂ ਕੰਪੈਰੀਜ਼ਨ ਕਰ ਲਈਏ, 23 ਮਾਰਚ ਨੂੰ ਪੈਟਰੋਲ ਦੇ ਭਾਅ ਵਧੇ, ਫਿਰ 25 ਮਾਰਚ ਨੂੰ ਵਧੇ, 26 ਮਾਰਚ ਨੂੰ ਵਧੇ। ਲਗਾਤਾਰ ਪੈਟਰੋਲ ਦੇ ਭਾਅ ਦੇ ਵਿੱਚ ਵਾਧਾ ਹੁੰਦਾ ਰਿਹਾ ਅਤੇ ਉਸ ਤੋਂ ਬਾਅਦ ਲਗਾਤਾਰ ਵਾਧਾ ਹੋਣ ਤੋਂ ਬਾਅਦ ਲੋਕਾਂ ਨੂੰ ਰਾਹਤ ਤਾਂ ਮਿਲੂਗੀ ਜੇ ਲਗਾਤਾਰ ਰੋਜ਼ਾਨਾ ਘਾਟਾ ਜਿਹੜਾ ਐਲਾਨਿਆ ਜਾਵੇ ਕਿ ਇੰਨੀਆਂ ਕੀਮਤਾਂ ਘੱਟ ਕਰ ਦਿੱਤੀਆਂ ਗਈਆਂ ਨੇ, ਤੇ ਫਿਰ ਅਸਲ ਮਾਇਨਿਆਂ ਦੇ ਵਿੱਚ ਸਮਝਿਆ ਜਾਊਗਾ ਕਿ ਲੋਕਾਂ ਨੂੰ ਕੀਮਤਾਂ ਘੱਟ ਮਿਲ ਰਹੀਆਂ ਨੇ। ਇਹ ਵੀ ਸੱਚ ਹੈ ਕਿ ਕਈ ਮਹੀਨਿਆਂ ਤੋਂ ਨਾ ਤਾਂ ਤੇਲ ਕੰਪਨੀਆਂ ਤੇ ਨਾ ਹੀ ਸਰਕਾਰਾਂ ਲੋਕਾਂ ਦੀ ਹਾਹਾਕਾਰ ਤੋਂ ਕੰਨ ਧਰਦੀਆਂ ਰਹੀਆਂ ਨੇ। ਇੱਥੋਂ ਤੱਕ ਕਿ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਆਉਣ ਤੇ ਵੀ ਪੈਟਰੋਲ ਅਤੇ ਡੀਜ਼ਲ ਹੇਠਾਂ ਲਿਆਉਣ ਤੋਂ ਟਾਲਾ ਵੱਟਿਆ ਜਾਂਦਾ ਰਿਹਾ। ਇਸ ਸਮੇਂ ਹਾਲਾਤ ਇਹ ਬਣੇ ਹੋਏ ਨੇ ਕਿ ਜੇ ਮਹਿੰਗਾਈ ਦੀ ਦਰ ਇੰਝ ਹੀ ਵੱਧਦੀ ਰਹੀ ਤਾਂ ਦੇਸ਼ ਦਾ ਆਮ ਨਾਗਰਿਕ ਸੜਕਾਂ ਤੇ ਉਤਰਨ ਲਈ ਮਜਬੂਰ ਹੋ ਜਾਊਗਾ। ਸਰਕਾਰ ਦਾ ਮਹਿੰਗਾਈ ਉੱਤੇ ਕੋਈ ਕੰਟਰੋਲ ਨਹੀਂ ਹੈ, ਜਿਹੜਾ ਕਿ ਸਭ ਤੋਂ ਪਹਿਲਾ ਫਰਜ਼ ਹੁੰਦਾ ਹੈ ਕਿਸੇ ਵੀ ਸਰਕਾਰ ਦਾ। ਹਰ ਚੀਜ਼ ਇੱਥੇ ਮਨਮਰਜ਼ੀ ਦੇ ਭਾਅ ਨਾਲ ਵੇਚੀ ਜਾਂਦੀ ਹੈ। ਕੀਮਤਾਂ ਦੇ ਵਿੱਚ ਕਟੌਤੀ ਦੇ ਮੁੱਦੇ ਤੇ ਪ੍ਰਤੀਕਰਮ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਨੇ ਕਿ ਸਾਡੀ ਸਰਕਾਰ ਦੇ ਵਿੱਚ ਦੇਸ਼ ਦੀ ਜਨਤਾ ਸਭ ਤੋਂ ਪਹਿਲਾਂ ਹੈ, ਪਰ ਇਹ ਲੱਗਦਾ ਨਹੀਂ ਹੈ, ਦੇਸ਼ ਦੀ ਜਨਤਾ ਨੂੰ ਮਹਿਸੂਸ ਨਹੀਂ ਹੁੰਦਾ। ਉਮੀਦ ਕਰਦੇ ਹਾਂ ਕਿ ਸਰਕਾਰ ਇਸ ਭਾਵਨਾ ਦੇ ਤਹਿਤ ਇਮਾਨਦਾਰੀ ਦੇ ਨਾਲ ਕੰਮ ਕਰੇ। ਸਰਕਾਰ ਦੇ ਲਈ ਸੱਚਮੁੱਚ ਦੇਸ਼ ਦੀ ਜਨਤਾ ਪਹਿਲੇ ਨੰਬਰ ਤੇ ਰਹੇ, ਲੋਕਾਂ ਨੂੰ ਢਿੱਡ ਭਰਨ ਦੇ ਲਈ ਰੋਟੀ ਮਿਲਦੀ ਰਹੇ, ਕੋਈ ਵੀ ਇੱਥੇ ਭੁੱਖਾ ਨਾ ਸੌਵੇਂ ਤੇ ਨਾ ਹੀ ਕਿਸੇ ਦੀ ਭੁੱਖ ਖੁਣੋਂ ਜਾਣ ਜਾਵੇ। ਆਕਸਫੈਮ ਦੀ ਰਿਪੋਰਟ ਵੀ ਇਹੀ ਸੁਝਾਅ ਦਿੰਦੀ ਹੈ ਕਿ ਲੋਕਾਂ ਤੋਂ ਸਿੱਧੇ ਟੈਕਸਾਂ ਦਾ ਬੋਝ ਘਟਾ ਕੇ ਅਮੀਰਾਂ ਉੱਤੇ ਇੱਕ ਸਮੇਂ ਦੇ ਲਈ ਵੱਧ ਟੈਕਸ ਲਾਉਣ ਦੇ ਨਾਲ ਲੋੜੀਂਦਾ ਧਨ ਇਕੱਠਾ ਹੋ ਸਕਦਾ ਹੈ ਅਤੇ ਇਸ ਸਮਾਜ ਦੇ ਵਿੱਚ ਆਰਥਿਕ ਜਿਹੜਾ ਪਾੜਾ ਬਣਿਆ ਹੋਇਆ ਉਹ ਪਾੜਾ ਹੌਲੀ-ਹੌਲੀ ਮਿਟ ਸਕਦਾ ਹੈ। ਪ੍ਰਾਈਮ ਟਾਈਮ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।